ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਮਹਿਸੂਸ ਕੀਤਾ ਹੈ ਔਰ ਆਪਾਂ ਸਾਰੇ ਹੀ ਰਲ ਮਿਲ ਕੇ ਅੰਮ੍ਰਿਤ ਵੇਲੇ ਦੇ ਲਾਭੇ ਪ੍ਰਾਪਤ ਕਰ ਰਹੇ ਹਾਂ। ਉੱਤਮ ਕਰਮਾਂ ਦੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਆਓ ਸਭ ਵਿਚਾਰਾਂ ਸ਼ੁਰੂ ਕਰਨ ਤੋਂ ਪਹਿਲਾਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਸਮੂਹ ਸੰਗਤਾਂ ਕਵਲ ਮੁਖ ਰਸਨਾ ਨੂੰ ਪਵਿੱਤਰ ਕਰਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਆਪਾਂ ਲੜੀਵਾਰ ਕਥਾ ਵਿਚਾਰ ਰਲ ਮਿਲ ਕੇ ਸਾਂਝੀ ਕਰਦੇ ਹਾਂ। ਸ੍ਰੀ ਰਾਮ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਨੂੰ ਸਰੀਰ ਦੇ ਬਾਰੇ ਕੀ ਸਮਝਾ ਰਹੇ ਨੇ ਕਿ ਮਨੁੱਖਾ ਜਨਮ ਦੇ ਬਾਰੇ ਕੀ ਉਪਦੇਸ਼ ਦੇ ਰਹੇ ਨੇ। ਆਓ ਤੋਂ ਅੱਗੇ ਵਿਚਾਰ ਦੀ ਆਪਾਂ ਸਾਂਝ ਪਾਈਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਰਤਾਰਪੁਰ ਸਾਹਿਬ ਵਿਰਾਜਮਾਨ ਸਨ ਤਾਂ ਹਜ਼ਾਰਾਂ ਸੰਗਤਾਂ ਇੱਥੇ ਰਹਿਣ ਲੱਗ ਗਈਆਂ। ਬੜੀਆਂ ਰੌਣਕਾਂ ਹੋ ਗਈਆਂ। ਬਰਸਾਤ ਵਿੱਚ ਵੀ 25-25 ਹਜ਼ਾਰ ਸੰਗਤਾਂ ਬੈਠੀਆਂ ਰਹਿੰਦੀਆਂ ਸਨ। ਇਹ ਸਤਿਗੁਰਾਂ ਨੇ ਆਪਣੇ ਸਿੱਖਾਂ ਦੇ ਫਰਕ ਕਰਨ ਦਾ ਮਨ ਬਣਾਇਆ, ਕਿਉਂਕਿ ਇਹ ਜਿਹੜਾ ਮਨ ਹੈ ਨਾ, ਮਨ ਬੜਾ ਛੇਤੀ ਡੋਲ ਜਾਂਦਾ। ਸਾਡਾ ਮਨ ਬਦਲਦਾ ਬੜਾ ਛੇਤੀ ਹੈ। ਜਦ ਇੱਕ ਮਿੱਟੀ ਦਾ ਭਾਂਡਾ ਬਣਨਾ ਖੜਕਾ ਕੇ ਲੈਂਦੀਆਂ ਨੇ ਨਾ, ਦੇਖਦੀਆਂ ਨੇ ਉਹਨੂੰ ਵੀ ਕੱਚਾ ਜਾਂ ਪੱਕਾ ਹੈ, ਘੜਾ ਕਹਿ ਲਓ ਜਾਂ ਕੋਈ ਹੋਰ ਚੀਜ਼ ਵਸਤੂ ਪਾਉਣ ਵਾਸਤੇ ਮਿੱਟੀ ਦਾ ਭਾਂਡਾ ਲਿਆ ਜਾਂਦਾ ਹੈ। ਉਹਨੂੰ ਬੜਾ ਖੜਕਾ ਕੇ ਦੇਖਿਆ ਜਾਂਦਾ। ਇਹ ਸਤਿਗੁਰੂ ਵੀ ਸਾਡੀ ਪਰਖ ਕਰਦੇ ਨੇ। ਜਿਹੜੇ ਸਾਡੇ ਤੇ ਦੁੱਖ ਸੁੱਖ ਆਉਂਦੇ ਆ ਨਾ, ਇਹ ਵੀ ਸਾਨੂੰ ਪਰਖ ਕੇ ਦੇਖਦੇ ਨੇ ਕਿੱਥੇ ਦੇਖਣਾ, ਕਿੱਥੇ ਦੇਖ ਲਾਉਂਦੇ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਨ ਬਣਾਇਆ ਕਿ ਸਿੱਖਾਂ ਦੀ ਪਰਖ ਕੀਤੀ ਜਾਏ। ਗੁਰੂ ਜੀ ਨੇ ਇੱਕ ਵੱਡਾ ਖੁਦ ਦਾ ਡੰਡਾ ਹੱਥ ਵਿੱਚ ਲੈ ਲਿਆ ਤੇ ਜਿਹੜਾ ਵੀ ਮੱਥਾ ਟੇਕੇ ਉੱਤੇ ਮਾਰਿਆ ਕਰਨ। ਇਸੇ ਕਾਰਨ ਤੋਂ ਬਹੁਤ ਸਾਰੇ ਸਿੱਖ ਭਾਰਤ ਪਾ ਕੇ ਚਲੇ ਗਏ। ਫਿਰ ਪਰਖਣ ਵਾਸਤੇ ਲੰਗਰ ਵੀ ਘਟਾ ਦਿੱਤਾ। ਪਹਿਲਾਂ 8 ਪਹਿਰ ਕਰ ਦਿੱਤਾ, ਫਿਰ ਤੀਜੇ ਦਿਨ ਲੰਗਰ ਕਰ ਦਿੱਤਾ ਕਿ ਉਹ 10ਵੇਂ ਦਿਨ ਤੱਕ ਵੀ ਕਰ ਦਿੱਤਾ। ਸਿੱਖ ਸੰਗਤਾਂ ਭੁੱਖ ਕਰਕੇ ਚੱਲਣ ਲੱਗੀਆਂ। ਸਭ ਭੀੜ ਖਿਸਕਣ ਲੱਗ ਪਈ। ਫਿਰ ਗੁਰੂ ਜੀ ਨੇ ਪੱਕੀ ਤੇ ਕੱਟੀ ਹੋਈ ਖੇਤੀ ਦੇ ਗੋਲਾਂ ਨੂੰ ਅਗਨ ਭੇਟ ਕਰਨ ਦਾ ਹੁਕਮ ਕਰ ਦਿੱਤਾ। ਜੋ ਇੰਨੀ ਮਿਹਨਤ ਨਾਲ ਤਿਆਰ ਕੀਤੀ ਫਸਲ ਨੂੰ ਤਬਾਹ ਕਰਵਾ ਰਹੇ ਸਨ। ਇਸੇ ਤਰ੍ਹਾਂ ਹਰ ਰੋਜ਼ ਕੋਈ ਨਾ ਕੋਈ ਕੌਤਕ ਨਵਾਂ ਕਰਿਆ ਕਰਦੇ ਸਨ। ਸਤਿਗੁਰਾਂ ਨੇ ਕਬਰ ਨਾਲ ਇੱਕ ਸੁਰਾ ਬਣਾ ਲਿਆ। ਪਿੰਡੇ ਉੱਤੇ ਲੱਸੀ ਦੇ ਸਿੱਟੇ ਮਾਰ ਕੇ ਸਿਰ ਤੇ ਬਾਣ ਵੱਲ ਲਪੇਟ ਲਿਆ। ਇਸ ਪ੍ਰਕਾਰ ਬੜਾ ਭਿਆਨਕ ਰੂਪ ਧਾਰਨ ਕਰਕੇ, ਜੈਸਾ ਕਿ ਇੱਕ ਦਿਨ ਸੁਰਾ ਬਾਦ ਘਟ ਸੰਗਾ ਧਾਨ ਕਰੋ ਧਰਿਓ ਸਰਬੰਗਾ। ਉਸ ਸਮੇਂ ਭਾਈ ਭਤੀਰਥ ਜੀ, ਭਾਈ ਸਧਾਰਨ ਜੀ, ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਆਪ ਇਹ ਜਿਹੜੇ ਸਿੱਖੀ ਸਿੱਖ ਸਨ ਦੇ ਕੋਲ ਸਨ। ਤੇ ਸਿੱਖ ਕੋਲ ਕੁੱਲ 300 ਦੇ ਕਰੀਬ ਬਾਕੀ ਰਹਿ ਗਏ। ਕਿ ਹਜ਼ੂਰ ਨੇ ਸੋਨੇ ਦਾ ਲਾਭ ਦਿਖਾਉਣ ਦਾ ਵੀ ਕੌਤਕ ਕੀਤਾ। ਤੇ ਕੁਝ ਕੁ ਸਿੱਖ ਲਾਲ ਦਾ ਭਰ ਗਏ, ਪਰ ਧਾਨਕ ਦਾ ਜਿਹੜਾ ਰੂਪ ਹੈ ਇਹ ਦੇਖ ਕੇ ਸਿੱਖਾਂ ਦਾ ਧੀਰ ਟੁੱਟ ਗਿਆ ਤੇ ਬਹੁਤ ਸਾਰੇ ਭੱਜਣ ਲੱਗੇ ਤੇ ਗਿਣਤੀ ਦੇ ਸਿੱਖ ਹੀ ਗੁਰੂ ਜੀ ਦੇ ਕੋਲ ਰਹੇ। ਆਕਾਸ਼ਬਾਣੀ ਦੁਆਰਾ ਪਰਮੇਸ਼ਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਕਿ ਤੁਹਾਨੂੰ ਤਾਂ ਗੁਰੂ ਜੀ ਨੇ ਕਿਹਾ ਕਿ ਆਪ ਨੇ ਸਾਰਾ ਸੰਸਾਰ ਧਾਨਕ ਰੂਪ ਧਾਰਿਆ ਹੈ। ਗੁਰੂ ਜੀ ਇਸ ਧਾਨਕ ਰੂਪ ਦੁਆਰਾ ਕਲਯੁਗ ਦੀ ਜੀਵਾਂ ਦੇ ਅੰਦਰ ਦੀ ਦਸ਼ਾ ਦਿਖਾਉਂਦੇ ਹਨ। ਤੇ ਫਿਰ ਉੱਥੇ ਇਹ ਸ਼ਬਦ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ। ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ
ਪਾਉਂਦੇ ਹਨ। ਕੂੜ ਸੁਰਾ ਮੁਠਾ ਮੁਰਦਾਰ, ਝੂਠ ਮੇਰੀ ਖੰਜਰ ਹੈ ਅਤੇ ਠੱਗ ਕੇ ਖਾਣਾ ਦੇ ਲਾਸਵਾਨ ਹੈ। ਧਾਨ ਗੁਰੂ ਪਰਮਾਗ ਕਰਤਾਰ, ਧਾਨ ਮੈਂ ਸਰਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ। ਸਿਰਜਣਹਾਰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਆਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਵਿਚਾਰ ਕਰ ਰਹੇ ਸਨ। ਮੈਂ ਮਤ ਕੀ ਪੰਗ ਨਾ ਕਰਨੀ ਕੀ ਕਾਰ, ਮੈਂ ਆਪਣੇ ਪਤੀ ਪਰਮੇਸ਼ਰ ਮਾਲਕ ਦੀ ਨਸੀਹਤ ਤੇ ਅਮਲ ਨਹੀਂ ਕਰਦਾ ਤੇ ਨਾ ਹੀ ਨੇਕ ਅਮਲ ਕਮਾਉਂਦਾ। ਸਾਰਾ ਦਿਨ ਮੈਂ ਭੈੜੇ ਕੰਮਾਂ ਦੇ ਵਿੱਚ ਖੱਜਲ ਹੋਇਆ ਰਹਿੰਦਾ ਹਾਂ। ਹਉ ਵਿਗੜੇ ਰੂਪ ਰਹਾ ਵਿਕਰਾਲ, ਮੈਂ ਕ੍ਰੋਧ ਦੇ ਭਿਆਨਕ ਹੋ ਰਿਹਾ ਹਾਂ। ਤੇਰਾ ਨਾਮ ਏਕ ਨਾਮ ਤਾਰੇ ਸੰਸਾਰ, ਕੇਵਲ ਤੇਰਾ ਨਾਮ ਹੀ ਜਗ ਦਾ ਪਾਰ ਉਤਾਰਾ ਕਰ ਸਕਦਾ ਹੈ ਔਰ ਕਰੀ ਜਾ ਰਿਹਾ ਹੈ। ਮੈਂ ਜਿਹਾ ਆਸ ਇਹੋ ਆਧਾਰ ਰਹਾਉ, ਕੇਵਲ ਇਹੀ ਮੇਰੀ ਉਮੀਦ ਹੈ ਤੇ ਇਹੀ ਮੇਰਾ ਆਸਰਾ ਹੈ। ਮੁਖ ਨਿੰਦਾ ਆਖਾ ਦਿਨ ਰਾਤ, ਆਪਣੇ ਮੂੰਹ ਨਾਲ ਮੈਂ ਦਿਨ ਰਾਤ ਮਨ ਕੋਈ ਨਿੰਦਿਆ ਕਰਦਾ ਹਾਂ। ਪਰ ਘਰ ਜੋ ਹੀ ਨੀਤ ਸਨਾਤ, ਮੈਂ ਕਮੀਨਾ ਤੇ ਅਦਨਾ ਹਾਂ ਤੇ ਬੋਲਣ ਦਾ ਗ੍ਰਹਿ ਟਿਕਾਉਂਦਾ ਹਾਂ। ਕਾਮ ਕ੍ਰੋਧ ਤਨ ਵਸੈ ਚੰਡਾਲ, ਵਿਸੇ ਭੋਗ ਤੇ ਰੋ ਕਬੀਰ ਮੇਰੀ ਦੇਹ ਦੇ ਵਿੱਚ ਅੰਦਰ ਕੇ ਰਹਿੰਦੇ ਹਨ, ਵਸ ਰਹੇ ਹਨ। ਧਾਨ ਗੁਰੂ ਕਰਤਾਰ, ਮੈਂ ਸਰਕਾਰੀ ਦੇ ਸਰੂਪ ਦੇ ਵਿੱਚ ਰਹਿੰਦਾ ਹਾਂ। ਇਹ ਸਿਰਜਣਹਾਰ ਵਾਹਿਗੁਰੂ ਪਰਮਾਤਮਾ ਆਹੀ ਸੁਰਤ ਮਲੂਕੀ ਵੇਸ, ਦੇਖਣ ਪੱਖਣ ਵਿੱਚ ਮੈਂ ਸ਼ਰੀਫ ਹਾਂ, ਪਰ ਇਹ ਮੇਰੀ ਨੀਤ ਹੈ ਨਾ, ਨੀਅਤ ਹੈ ਕਿ ਹੋਰਾਂ ਨੂੰ ਆਉਣ ਦੀ ਹੈ। ਹਉ ਠਗਵਾੜਾ ਠੱਗੀ ਦੇਸ, ਮੈਂ ਠੱਗ ਹਾਂ ਤੇ ਮੁਲਕ ਨੂੰ ਦੁਨੀਆ ਨੂੰ ਮੈਂ ਠੱਗ ਰਿਹਾ ਹਾਂ। ਹਰ ਸਿਆਣਾ ਬਹੁਤਾ ਭਾਰ, ਮੈਂ ਬਹੁਤਾ ਚਲਾਕ ਹਾਂ ਤੇ ਮੈਂ ਪਾਪਾਂ ਦਾ ਭਾਰਾ ਬੋਝ ਚੁੱਕਿਆ ਹੋਇਆ ਹੈ। ਧਾਨ ਗੁਰੂ ਪਰਮਾਗ ਕਰਤਾਰ, ਮੈਂ ਸਰਕਾਰੀ ਦੇ ਰੂਪ ਵਿੱਚ ਰਹਿੰਦਾ ਹਾਂ। ਇਹ ਸਤਿਗੁਰੂ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਪਰਾਇਆ ਧਨ ਮਾਲ ਖਾਣ ਵਾਲੇ ਨੇ ਤੇਰੀ ਕੀਤੀ ਹੋਈ ਦੇਵੀ ਦੀ ਕਦਰ ਨਹੀਂ ਪਾਈ। ਹਉ ਕਿਆ ਦੇਸਾ ਦੁੱਟ ਚੋਰ, ਮੈਂ ਬੜਾ ਭੈੜਾ ਹਾਂ ਤਸਕਰ, ਤੈਨੂੰ ਕਿਹੜਾ ਮੂੰਹ ਦਿਖਾਵਾਂਗਾ। हे ਸਤਿਗੁਰੂ ਜੀ ਨਾਨਕ ਨੀਕ ਕਹੈ ਵਿਚਾਰ, ਮਹੀਮਾ ਇਹ ਵਿਚਾਰ ਕਹਿੰਦਾ ਹਾਂ। ਧਾਨ ਗੁਰੂ ਕਰਤਾਰ, ਮੈਂ ਸਰਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ। ਸਤਿਗੁਰੂ ਜੀ ਆਪ ਕਿਰਪਾ ਕਰੋ। ਸ੍ਰੀ ਰਾਗ ਮਹਲਾ ਪਹਿਲਾ, ਘਰ ਚੌਥਾ। ਏਕਾ ਸੁਰਤ ਚੇਤੇ ਹੈ ਨੀ, ਸਮੂਹ ਜੀਵਾਂ ਅੰਦਰ ਉਹ ਹੀ ਅੰਤਰੀਵੀ ਗਿਆਨ ਹੈ।
ਸੁਰਤ ਵਿਹੋਣਾ ਕੋਈ ਨਾ ਕੀ। ਇਹ ਗਿਆਨ ਦੇ ਬਗੈਰ ਉਸਨੇ ਕੋਈ ਵੀ ਪੈਦਾ ਨਹੀਂ ਕੀਤਾ। ਜੇ ਵੀ ਸੁਰਤ ਤੇ ਹਾਂ ਤੇ ਨਿਰਾਹੋ, ਜਿਹੋ ਜਿਹੀ ਗਿਆਨ ਹੈ ਕਿ ਉਹ ਜਿਹਾ ਉਹਨਾਂ ਦਾ ਰਸਤਾ ਹੈ। ਲੇਖਾ ਇੱਕੋ
यह जय देखै तह तह तू है, तुझ ते निसी भूत मरा। जिधर भी मैं देखती हाँ उसे तू है, कि तेरे विचों बाहर निकल के पाट के मर जाती हाँ। ना जाना मीहो ना जाना जाली, मैं माही जीरण नूं नहीं जानती ते ना ही मैं जानती हाँ जाल नूं। जा दुख लागै जद तकलीफ वापरती है तद मैं तेनू याद करती हाँ। तू भार घूर जाने मैं दूर, तू ते सर्व व्यापक है बड़ा नेड़े है, कि मैं तेनू दूर समझ रखिया है। जोग करी तेरे काम ना तेरे नाए, मैं तेरे घर नहीं कमाई, सेवा नहीं की, ना ही मैं तेरे नाम का आराधन किया है। जेता दे तेता परमात्मा तू ही है बेहार सतार। नानक एक एक प्रार्थना बेनती करता हाँ। जियो बेटा सब तेरे पास, मेरी जिंदड़ी ते शरीर सारा कुछ तेरे हवाले है। आपे नेड़े दूर आपे ही आपे मंझ बयानो। वो अकाल पुरख परमात्मा प्रभु आप नेड़े है, आप ही दूर है, कि आप ही ਇਹਦੇ ਵਿਚਕਾਰ ਹੈ। आपे वेखै सुनै आपे ही कुदरत करे जहानो।
ही है ते साडी ही उसको चंगा लगता है। अंधा कच्चा कच में कच रहाओ। अंधा आत्मक तौर ते अन्ना ते निकम्मा है, नहीं सब निकम्मियां तो भी ये निकम्मा है क्योंकि वो अकाल पुरख वाहिगुरू परमात्मा का सिमरन नहीं करता। जान के रुख बिरख कराओ, जिसदे बण ते बिरस बाग ते बूटे खाना। जे ही तात तेहा तिन लाओ। वो उन्हां दे ऐसे नाम रखता है जिहो जी उन्हां दी जमांतर है, फसलत है, कहे भी सुगंध है। फुल भाओ फल लिखिया पाए। लिखी हुई परिभाषा अनुसार प्राणी प्रभु की प्रीत का पुछ के ये मेवा पाਉਂਦਾ है। आप बीज आपे ही पाए। वो आपे बीजता है, ये आपे ही बढ़ता है या आपे ही को खाता है। कच्ची कंद कच्चा रिजराज। आरती है ये देह रूपी दीवार है जिहड़ी, शरीर रूपी कंध है ये एक आरती है ते इहदे अंदरला जिहड़ा भव है ਉਹਦੀ आरती है। मत अलूनी इक्का साध। मिस्त्री के लोन हरि नाम तो बगैर अकल का फिक्का है। भाव ਇਹਦੇ ਵਿੱਚ कोई स्वाद नहीं जिन्ना चਿਰ नाम का रस नहीं ਜਾਂਦਾ। नानक आए आवे रास। जेकर साहिब करे ते ठीक हो जाती है ते नहीं ते वो ना करे ते ठीक नहीं होती। पिंड नावै नाही सावास। ओ वाहिगुरू परमात्मा के नाम तो बाजो के ना भरी नहीं, भाव ਉਹਦੇ रंग ਦੇ ਵਿੱਚ रंगी नहीं ते व्यर्थ है। श्री राग महला पहला घर पंजवा। असल सलाई नह सलै नह घाओ कटारा कर सकै। ना ठगी जाने वाली माया ठगण द्वारा ठगी नहीं जाती ते ना ही खंजर इस उत्ते जागो ला सकती है। ज्यों साहिब राखै त्यों रहै। इस लोभी का जियो टाल पालै। जिवें स्वामी इसनूं रखदा है कि उवें ही रहती है, क्योंकि किते आस होड़ा दे नहीं हुंदा। ये लालची बंदे का मन एक डोले खाता है। बिन तेल दीवा क्यों जलै रहाओ। जिस तरह एक तेल तो बिना दीवा किवें बल सकता है, ये वाहिगुरू परमात्मा की बख्शी सुरासा रूपी जिहड़ी पूंजी है, ये शरीर रूपी दीवे दे विच वो तेल पाया होया है। पोथी पुराण कमाई है, पवटी एक तन पाई है। धार्मिक ग्रंथां के पाठ के अभ्यास का जिहड़ा तेल अते स्वामी के डर की बत्ती इस देह दे दीवे दे विच पा दित्ती है।
सच पूजन आन जलाईਐ। ਹੁਣ ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ ਦਿੱਤਾ ਹੈ। ਇਉਂ ਤੇਲ ਦੀਵਾ ਇਉਂ ਜਲੈ। ਇਸ ਤੇਲ ਨਾਲ ਇੰਜ ਫਿਰ ਇਹ ਦੀਵਾ ਚਲੇਗਾ। ਕਰ ਚਾਨਣ ਸਾਹਿਬ ਤਉ ਮਿਲੈ। ਅਜਿਹਾ ਚਾਨਣ ਕਰਕੇ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਮਿਲ ਜਾਵੇਗਾ। ਇਕ ਤਨ ਲਾਗੈ ਬਾਣੀਆਂ। ਜਦ ਨਾਮ ਰੂਪੀ ਬਾਣੀ ਇਸ ਦੇਹ ਆਤਮਾ ਨੂੰ ਮੋਹ ਕਰ ਦਿੰਦੀ ਹੈ। ਸੁਖ ਹੋਵੈ ਸੇਵ ਕਮਾਣੀਆਂ। ਅਤੇ ਘਰ ਕਮਾਈ ਜਾਂਦੀ ਹੈ, ਸੇਵਾ ਕੀਤੀ ਜਾਂਦੀ ਹੈ, ਤਾਂ ਫਿਰ ਇਹ ਸੁਖ ਪਾਈਦਾ ਹੈ। ਸਭ ਦੁਨੀਆ ਆਵਣ ਜਾਣੀਆਂ। ਸਾਰਾ ਜਿਹੜਾ ਜਗ ਹੈ, ਸੰਸਾਰ ਹੈ, ਇਹਦੇ ਆਉਣ ਜਾਣ ਵਾਲਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ। ਇਸ ਸੰਸਾਰ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸੇਵਾ ਕਰ ਤਾਂ ਅੰਦਰ ਕੈ ਸੁਣ ਪਾਈ ਹੈ। ਤਾਂ ਕਿ ਤੂੰ ਮਾਲਕ ਦੇ ਦਰਬਾਰ ਵਿੱਚ ਬੈਠਣ ਦੀ ਥਾਂ ਪ੍ਰਾਪਤ ਹੋਵੇਗੀ। ਫਿਰ ਤੈਨੂੰ ਜਗ੍ਹਾ ਮਿਲੇਗੀ। ਕਹੁ ਨਾਨਕ ਅਤੇ ਤੂੰ ਖੁਸ਼ੀ ਨਾਲ ਆਪਣੀ ਭੁਜਾ ਉਸਾਰੇਗਾ। ਗੁਰੂ ਜੀ ਪ੍ਰਮਾਣ ਕਰਦੇ ਕਿ ਉਹ ਆਕਾਸ਼ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾਂਦਾ ਹੈ। ਸੋ ਆਓ ਭਾਈ ਅੱਜ ਦੇ ਵਿਚਾਰ ਰੱਖੀਏ ਤੇ ਸਮਾਪਤ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸੰਗਤਾਂ ਨੂੰ ਦਰਬਾਰੇ ਪਹੁੰਚ ਕੇ ਹਾਜ਼ਰੀ ਲਵਾਇਆ ਕਰੋ। ਗੁਰੂ ਵਾਲੇ ਬਣੋ, ਸਿੰਘ ਸਜੋ, ਅੰਮ੍ਰਿਤ ਛਕੋ। ਗੁਰੂ ਵਾਲੇ ਬਣ ਕੇ ਗੁਰਬਾਣੀ ਪੜ੍ਹ ਸੁਣ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਬਣਾਉਣਾ ਕਰੀਏ। ਤਦ ਜਾ ਕੇ ਭਾਈ ਇਹ ਜ਼ਿੰਦਗੀ ਜਿਉਣ ਦਾ ਸੱਚਾ ਢੰਗ ਤੇ ਜੀਵਨ ਜਾਚ ਆ ਜਾਣੀ ਹੈ। ਵੱਧ ਤੋਂ ਵੱਧ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਿੰਘ ਸਜੋ ਤੇ ਵੱਧ ਤੋਂ ਵੱਧ ਗੁਰੂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀ ਲਵਾਇਆ ਕਰੋ। ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਜੀਵ ਰੱਖਾਂਗੇ। ਇਸ ਗੁਰੂ ਦੀ ਮੋਹਰਾਂ ਦੇ ਕੇਸਾਂ ਦੀ ਸੰਭਾਲ ਕਰੋ, ਕੇਸਾਂ ਦੀ ਬੇਅਦਬੀ ਨਾ ਕਰੋ। ਵੱਧ ਤੋਂ ਵੱਧ ਗੁਰੂ ਦੇ ਨਾਲ ਜੁੜੋ। ਵਹਿਮਾਂ ਭਰਮਾਂ ਖੰਡਾਂ ਤੋਂ ਦੂਰ ਹੋਵੋ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਾ ਕਰੋ। ਕਿਉਂਕਿ ਵਾਹਿਗੁਰੂ ਨਾਮ ਨਿਹਾਲ ਹੈ ਕੜੇ ਸੋਤਰੇ ਪਾਰ। ਜੋ ਸਰਦਾ ਤੋਂ ਕਰੇ ਸੇਵਤੇ ਗੁਰ ਪਾਰ ਉਤਾਰਨ ਹਾਰ। ਇਹ ਵਾਹਿਗੁਰੂ ਰੂਪੀ ਨਿਹਾਲ ਤੇ ਕਰਕੇ ਅਸੀਂ ਪਾਰ ਹੋਣਾ ਹੈ। ਹੋਰ ਕੋਈ ਐਸੀ ਸਹਿ ਨਹੀਂ ਜੋ ਸਾਨੂੰ ਪਾਰ ਕਰ ਸਕਦੀ ਹੈ। ਕੇਵਲ ਤੇ ਕੇਵਲ ਇੱਕ ਨਾਮ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ, ਜਿਹਨੇ ਸਾਡੇ ਨਾਲ ਜਾਣਾ, ਜਿਹਨੇ ਸਾਡੀ ਸਿਹਤ ਕਰਨੀ ਹੈ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ